ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ। ਜਕਾਰਾ ਦੂਦਾਧਾਰੀ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ। ਬਾਬਾ ਬਾਲਕ ਨਾਥ ਜੀ ਦਾ ਮੇਲਾ ਕਿਉਂ ਮਨਾਇਆ ਜਾਂਦਾ ਹੈ? 21 ਮਾਰਚ ਨੂੰ ਬਾਬਾ ਜੀ ਨੇ ਵਰਦਾਨ ਦਿੱਤਾ ਕਿ ਚੇਤ ਦਾ ਮਹੀਨਾ ਆਊਗਾ, ਹੁਲਾਰੇ ਭਗਤਾਂ ਨੂੰ ਆਉਣਗੇ। ਵਰਦਾਨ ਕਦੋਂ ਦਿੱਤਾ ਉਹਦੀ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ। ਇੱਕ ਟਾਈਮ ਜਦੋਂ ਅਸੀਂ ਸਲੇਰਨ ਧਾਮ ਗਏ, ਬਾਬਾ ਜੀ ਦੇ ਇੱਕ ਜੰਗਲ ਵਿੱਚ ਮੂਰਤੀ ਪਈ ਆ, ਇੱਕ ਚਮਟਾ ਪਿਆ ਤਾਂ ਖੜਾਵਾਂ ਪਈਆਂ, ਹੋਰ ਕੁਛ ਵੀ ਨਹੀਂ ਸੀ। ਉਹ ਮੂਰਤੀ ਇੱਕ ਪੱਥਰ ਦੀ ਸਿਲਾ ਦੇ ਉੱਤੇ ਪਈ ਆ, ਹੋਰ ਕੁਛ ਵੀ ਨਹੀਂ ਹੈਗਾ। ਜਦੋਂ ਜਾ ਕੇ ਉਹਦੇ ਦਰਸ਼ਨ ਕੀਤੇ, ਮਨ ਸ਼ੀਤਲ ਹੋ ਗਿਆ। ਜਿਸ ਪਰਬਤ ਉੱਤੇ ਪਈ, ਉਹ ਪਰਬਤ ਚਿੱਟੇ ਰੰਗ ਦਾ ਜਿੱਦਾਂ ਮਾਰਬਲ ਲੱਗਾ ਹੁੰਦਾ, ਉਹਦੇ ਉੱਤੇ ਕੋਈ ਵੀ ਘਾਹ ਦਾ ਵੀ ਕਿਣਕਾ ਨਹੀਂ ਸੀ ਉੱਗਿਆ ਆ, ਪਰ ਪੱਥਰ ਸੀਗਾ। ਕਿਉਂਕਿ ਉੱਥੇ ਪੌਣਾ ਹੀ ਹਵਾਵਾਂ ਚਲਾਈ ਜਾਂਦੀਆਂ ਸੀ, ਹਵਾ ਨਾਲ ਝਾੜੂ ਲੱਗੀ ਜਾਂਦੇ, ਕਦੀ ਹਵਾ ਇੱਧਰੋਂ ਆ ਜਾਂਦੀ ਹੈ, ਕਦੀ ਇੱਧਰੋਂ ਆ ਜਾਂਦੀ, ਕਦੀ ਇੱਧਰੋਂ ਕਦੀ ਇੱਧਰੋਂ। ਹਵਾ ਹੀ ਇੰਨੀ ਤੇਜ਼, ਉੱਥੇ ਕੁਛ ਉੱਗਣ ਹੀ ਨਹੀਂ ਸੀ ਦਿੰਦੀ। ਤੇ ਬਾਬਾ ਜੀ ਦੀ ਜਿਹੜੀ ਮੂਰਤੀ ਆ ਉਹ ਇੰਨੀ ਕੁ ਸੁੰਦਰ ਵਾ, ਉਹਦੇ ਘੁੰਗਰਾਲੇ ਵਾਲ ਅਤੀ ਸੁੰਦਰ। ਜਦੋਂ ਵੀ ਉਹਦੇ ਮੂਹਰੇ ਜਿਹੜੇ ਸਾਡੇ ਨਾਲ ਮੁੰਡੇ ਗਏ ਸੀ, ਸਾਡੇ ਮਾਤਾ ਜੀ ਗਏ, ਤੇ ਜਦੋਂ ਉਹਨੂੰ ਦਿਖਦੇ ਹੁੰਦੇ ਸੀ ਸਵੇਰੇ ਸ਼ਾਮ, ਤੇ ਨਾ ਤਾਂ ਚੌਂਕੜੀ ਵੱਜਦੀ ਸੀ ਮੂਹਰੇ, ਤੇ ਨਾ ਕੋਈ ਅਰਦਾਸ ਕਰਦੇ ਸੀ, ਸਾਰੇ ਇੱਦਾਂ ਪੁੱਠੇ ਹੋ ਕੇ ਡਿੱਗ ਪੈਂਦੇ ਹੁੰਦੇ ਸੀ। ਪਰਬਤ ਟੇਢਾ ਬਹੁਤ ਸੀ। ਬਾਬਾ ਜੀ ਦੇ ਰੰਗ ਜਿੱਦਾਂ ਸਾਰੇ ਸੰਸਾਰ ਦੇ ਪ੍ਰਾਣੀ, ਜਦੋਂ ਮੂਰਤੀ ਸਥਾਪਨਾ ਕਰ ਦਿੱਤੀ ਜਾਂਦੀ ਆ ਤਾਂ ਉਹਨੂੰ ਚੁੱਕ ਨਹੀਂ ਸਕਦੇ। ਸਾਰੇ ਡਰਨ, ਕਿੰਨੀ ਸੁੰਦਰ ਮੂਰਤੀ ਆ ਕਿ ਪਿੰਡ ਨੇੜੇ ਵਸਦਾ, ਅੱਜ ਤੱਕ ਇਹਨੂੰ ਕਿਸੇ ਨੇ ਹੱਥ ਨਹੀਂ ਲਾਇਆ। ਅਸੀਂ ਹੁਣ ਮੰਦਿਰ ਬਣਾਉਣਾ ਸੀ, ਉਹ ਇੰਨਾ ਸਖਤ ਧਰਤੀ, ਥੋੜੇ ਲੈ ਲਏ, ਛੈਣੀਆਂ ਲੈ ਲਈਆਂ, ਕਿਉਂਕਿ ਉਸ ਵੇਲੇ ਬਿਜਲੀ ਨਹੀਂ ਸੀਗੀ। ਛੈਣੀ ਨਾਲੇ ਤਾਂ ਥੋੜੀ ਨੀਂਹ ਕੱਢਣੀ, ਨੀਂਹ ਮਸੀਂ 5 ਇੰਚ ਪੱਟ ਹੋਈ ਸੀ। ਫਿਰ ਇੱਦਾਂ ਹੀ ਮੰਦਿਰ ਬਣਾਤਾ ਉੱਥੇ, ਕਿਉਂਕਿ ਵਿਵਸਥਾ ਹੀ ਕੋਈ ਨਹੀਂ ਸੀਗੀ। ਉਹ ਧਰਤੀ ਬਹੁਤ ਹਾਰਡ ਸੀ, ਤੇ ਕੰਧਾਂ ਹੋਣੀਆਂ ਸ਼ੁਰੂ ਹੋ ਗਈਆਂ, ਮਿਸਤਰੀ ਲੱਗ ਗਏ। ਜਿੱਦਾਂ ਹੁਣ ਮੰਦਿਰ ਟੇਢਾ ਹੁੰਦਾ, ਉੱਪਰੋਂ ਜਦੋਂ ਟੇਢਾਪਨ ਹੋਇਆ ਸ਼ੁਰੂ, ਤੇ ਮਨ ਵਿੱਚ ਵਿਚਾਰ ਆਇਆ ਕਿ ਬਾਬਾ ਜੀ ਉੱਤੇ ਕੋਈ ਇੱਟ ਨਾ ਡਿੱਗ ਜਾਏ। ਇਹਨੂੰ ਮਿਸਤਰੀ ਨੇ ਵੀ ਕਹਿ ਦਿੱਤਾ। ਫਿਰ ਬਾਬਾ ਜੀ ਨੇ ਜੋ ਨਾਮ ਭਜਨ ਦਿੱਤਾ, ਭਗਤੀ ਕੀਤੀ। ਮਨ 'ਚ ਖਿਆਲ ਤਾਂ ਸੀਗਾ ਕਿ ਚੁੱਕਣੀ ਨਹੀਂ, ਪਰ ਇੱਕ ਬ੍ਰਿਕਸ਼ ਸੀਗਾ, ਉਸ ਬ੍ਰਿਕਸ਼ ਦੇ ਨਾਲ ਇਹਦਾ ਪਿੱਠ ਲਗਾ ਕੇ ਪਾਠ ਕਰਨਾ ਸ਼ੁਰੂ ਕੀਤਾ। ਕਿ ਛਾਂ ਹੀ ਨਹੀਂ ਸੀ ਹੁੰਦੀ, ਗਰਮੀ ਬਹੁਤ ਜ਼ਿਆਦਾ ਸੀ, ਜੂਨ ਜੁਲਾਈ ਦਾ ਮਹੀਨਾ ਸੀ। ਬ੍ਰਿਕਸ਼ ਨੂੰ ਕੋਈ ਪੱਤਾ ਨਹੀਂ, ਸੁੱਕਾ ਹੈ ਬ੍ਰਿਕਸ਼, ਤੇ ਪਾਣੀ ਦੀ ਕੋਈ ਵਿਵਸਥਾ ਨਹੀਂ। ਪਾਣੀ ਨੇੜੇ ਪਿੰਡ 'ਚੋਂ ਆਉਂਦਾ, ਸਿਰਾਂ 'ਤੇ ਪਾਣੀ ਢੋ ਕੇ ਲਿਆਉਣਾ, ਬਹੁਤ ਤੰਗੀ ਜ਼ਿਆਦਾ ਸੀ, ਜਿਹਦਾ ਕੋਈ ਅੰਤ ਹੀ ਨਹੀਂ, ਸ਼ਬਦ ਹੀ ਨਹੀਂ, ਕਿੰਨੀ ਤੰਗੀ ਜ਼ਿਆਦਾ ਸੀ। ਬੁੱਲਾਂ ਵਿੱਚੋਂ ਵੀ ਖੂਨ ਨਿਕਲਣ ਲੱਗ ਪੈਂਦਾ ਸੀ, ਇੱਟਾਂ ਢੋ ਕੇ। ਗਰਮੀ ਬਹੁਤ ਸੀ। ਕੀ ਚਮਤਕਾਰ ਹੋਇਆ, ਉਹ ਜਿਹੜਾ ਬ੍ਰਿਕਸ਼ ਸੀ ਉਹ ਹਰਾ ਹੋ ਗਿਆ। ਇੱਕ ਦਿਨ ਇੱਦਾਂ ਹੀ ਪਿੱਠ ਲਾ ਕੇ ਬ੍ਰਿਕਸ਼ ਦੇ ਨਾਲ ਜਦੋਂ ਬੈਠੇ, ਜੋ ਬਾਬਾ ਜੀ ਨਾਮ ਭਜਨ ਦਿੱਤਾ, ਜਪਣਾ ਸ਼ੁਰੂ ਕੀਤਾ। ਕੀ ਹੋਇਆ, ਇਹਨਾਂ ਨੂੰ ਬਾਬਾ ਜੀ ਆਏ, ਤੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਮੂਰਤੀ ਚੁੱਕ ਲਓ, ਤੇ ਇਹਨੂੰ ਕਿਤੇ ਗੁਪਤ ਸਥਾਨ 'ਤੇ ਰੱਖ ਦਿਓ। ਜੇ ਇਹ ਮੂਰਤੀ ਰੱਖ ਛੱਡੀ ਤਾਂ ਇੱਥੇ ਮੇਲੇ ਨਹੀਂ ਲੱਗਣੇ। ਫਿਰ ਅਸੀਂ ਭਗਵਾਨ ਦਾ ਹੁਕਮ ਮੰਨਿਆ, ਜਾ ਕੇ ਮੱਥਾ ਟੇਕਿਆ। ਇੱਕ ਲੜਕਾ ਉਹਨੂੰ ਪਾਣੀ ਲਗਾ ਰਿਹਾ ਹੁਣ ਮੰਦਿਰ ਨੂੰ। ਜਦੋਂ ਪਾਣੀ ਲਗਾ ਰਿਹਾ ਤੇ ਉੱਪਰ ਖੜਾ ਆ, ਅਸੀਂ ਅੰਦਰ ਖੜੇ ਹਾਂ। ਜਿੱਦਾਂ ਹੀ ਹੁਣ ਮੂਰਤੀ ਨੂੰ ਮੱਥਾ ਟੇਕ ਕੇ ਚੁੱਕਣ ਲੱਗੇ, ਚੁੱਕਿਆ, ਥੱਲੇ ਪੱਥਰ ਦੀ ਸਿਲਾ ਹੁੰਦੀ ਸੀ, ਕਾਫੀ ਵੱਡੀ, 6 ਇੰਚ ਮੋਟੀ ਸੀ ਤੇ ਚੌੜੀ ਸੀ। ਉਹ ਪੱਥਰ ਦੀ ਮੂਰਤੀ ਚੁੱਕੀ, ਜਿੱਦਾਂ ਇੱਕ ਬੱਚਾ ਹੁੰਦਾ, ਚੱਕ ਕੇ ਆਪਣੇ ਇੱਦਾਂ ਛਾਤੀ ਨਾਲ ਲਗਾ ਲਈ, ਤਾਂ ਉਹਦੇ ਥੱਲੇ ਕੀ ਦੇਖਿਆ, ਇੱਕ ਓਮ ਆ। ਓਮ ਜਿਹੜਾ ਹਿੱਲਦਾ ਆ, ਜਦ ਚਾਂਦੀ ਹੁੰਦੀ ਹੈ ਡੁੱਲੀ ਹੋਈ, ਤੇ ਉਹ ਹਿੱਲੀ ਜਾਂਦਾ, ਤਾਂ ਵਾਈਬ੍ਰੇਸ਼ਨ ਕਰਦਾ ਬਹੁਤ ਤੇਜ਼। ਹੁਣ ਉਹਨੂੰ ਆਪਾਂ ਕਿੱਦਾਂ ਕਹਿ ਸਕਦੇ ਹਾਂ, ਜਿੱਦਾਂ ਹੁਣ ਇੱਕ ਕਿਰਲੇ ਦੀ ਪੂਛ ਆ ਨਾ, ਉਹ ਜਦੋਂ ਟੁੱਟ ਜਾਂਦੀ ਹੈ ਤਾਂ ਹਿਲਦੀ ਰਹਿੰਦੀ ਹੈ, ਇੱਦਾਂ ਓਮ ਹਿਲਦਾ ਸੀਗਾ। ਤੇ ਉੱਪਰੋਂ ਜਿਹੜਾ ਮੁੰਡਾ ਪਾਣੀ ਲਗਾ ਰਿਹਾ,
ਉਹ ਵੀ ਦਰਸ਼ਨ ਕਰ ਰਿਹਾ, ਥੱਲੇ ਨੂੰ ਦੇਖਦਾ ਪਿਆ, ਤੇ ਅਸੀਂ ਵੀ ਉਹਨੂੰ ਥੱਲੇ ਦਿਖਦੇ ਪਏ ਇੱਦਾਂ। ਤੇ ਜਿੱਦਾਂ ਹੀ ਹੁਣ ਬਾਬਾ ਜੀ ਨੇ ਤਾਂ ਬੱਚੇ ਵਾਂਗੂ ਚੁੱਕਿਆ ਹੋਇਆ ਸੀਗਾ, ਅਸੀਂ ਜਿੱਦਾਂ ਹੀ ਆਪਣਾ ਸਿਰ ਪਿੱਛੇ ਨੂੰ ਕੀਤਾ ਤੇ ਓਮ ਛੂੰ ਦਾਣੀ ਆਕਾਸ਼ ਨੂੰ ਚਲਾ ਗਿਆ ਇੱਦਾਂ। ਤੇ ਉਹ ਜਿਹੜਾ ਬੱਚਾ ਸੀ ਉੱਪਰ ਪਾਣੀ ਲਗਾ ਰਿਹਾ, ਉਹਨੇ ਵੀ ਸਿਰ ਪਿੱਛੇ ਨੂੰ ਕਰ ਲਿਆ। ਅੱਜ ਉਹ ਸਾਰੇ ਹੀ ਭਗਤ ਜੀਂਦੇ ਆ, ਦੇਸ਼ਾਂ ਵਿਦੇਸ਼ਾਂ ਵਿੱਚ ਨੌਕਰੀਆਂ ਕਰਦੇ ਆ, ਸਾਰਿਆਂ ਨੂੰ ਬਾਬਾ ਜੀ ਨੇ ਖੁਸ਼ੀਆਂ ਦਿੱਤੀਆਂ। ਫਿਰ ਮੂਰਤੀ ਚੱਕ ਕੇ ਅਸੀਂ ਇੱਕ ਗੁਪਤ ਸਥਾਨ ਤੇ ਰੱਖ ਦਿੱਤੀ। ਕੋਈ ਵੀ ਬ੍ਰਹਿਮੰਡ ਦਾ ਪ੍ਰਾਣੀ ਉਹਨੂੰ ਲੱਭ ਨਹੀਂ ਸਕਦਾ। ਉਹ ਬਾਬਾ ਜੀ ਨੂੰ ਪਤਾ ਕਿੱਥੇ ਰੱਖੀ ਜਾਂ ਸਾਨੂੰ ਪਤਾ ਹੈ। ਫਿਰ ਬਾਬਾ ਜੀ ਦੇ ਹੁਕਮ ਅਨੁਸਾਰ ਮੰਦਿਰ ਬਣ ਗਿਆ। ਮੰਦਿਰ ਬਣਿਆ ਤਾਂ ਫਿਰ ਇੱਕ ਸ਼ਾਹਤਲਾਈ ਤੋਂ ਮੂਰਤੀ ਲਿਆਂਦੀ ਨਾਗ ਵਾਲੀ। ਫਿਰ ਅਸੀਂ ਉਹਦੀ ਸਥਾਪਨਾ ਕਰ ਦਿੱਤੀ। ਹੁਣ ਅਸੀਂ ਕੋਈ ਸੰਤ ਨਹੀਂ, ਕੋਈ ਸਾਧੂ ਨਹੀਂ, ਸਧਾਰਨ ਜਿਹਾ ਇਨਸਾਨ ਆ। ਕਿਸੇ ਪੰਡਿਤ ਜੀ ਨੂੰ ਨਹੀਂ ਬੁਲਾਇਆ ਗਿਆ, ਆਪਾਂ ਹੀ ਮੂਰਤੀ ਨੂੰ ਇਸ਼ਨਾਨ ਕਰਾਏ। ਚਰਨ ਗੰਗਾ ਤੋਂ ਕਾਫੀ ਸਾਰਾ ਜਲ ਲੈ ਆਂਦਾ ਸੀ, ਇੱਕ ਟੱਬ ਦੇ ਵਿੱਚ ਰੱਖਿਆ, ਜਲ ਨਾਲ ਇਸ਼ਨਾਨ ਕਰਾ ਕੇ ਬਾਬਾ ਜੀ ਦੀ ਮੂਰਤੀ ਸਥਾਪਨਾ ਕਰ ਦਿੱਤੀ। ਉਸੇ ਹੀ ਟਾਈਮ ਜਕਾਰਾ ਹੀ ਲਾਇਆ। ਬਹੁਤ ਪਿੰਡ ਦੇ ਲੋਕ ਖੜੇ ਸੀਗੇ, ਸਾਰਿਆਂ ਨੂੰ ਹੁਲਾਰੇ ਆਉਣ ਲੱਗ ਪਏ, ਭੰਗੜੇ ਪੈਣ ਲੱਗ ਪਏ। ਬਹੁਤ ਕੌਤਕ ਹੋਏ ਬਾਬਾ ਜੀ ਦੇ, ਕਈਆਂ ਦੇ ਦੁੱਖ ਦੂਰ ਹੋਏ। ਤਕਰੀਬਨ ਹੀ ਪਿੰਡ ਨੂੰ ਸਾਰਿਆਂ ਨੂੰ ਭੁੱਲ ਪਈ ਹੋਈ ਸੀਗੀ, ਬੜੇ ਕਸ਼ਟਾਂ ਵਿੱਚ ਵਾ, ਦੁੱਖਾਂ ਵਿੱਚ ਵਾ, ਸਾਰੇ ਦੁੱਖ ਦੂਰ ਹੋਣੇ ਸ਼ੁਰੂ ਹੋ ਗਏ। ਇੰਨੇ ਨੂੰ ਹੁਣ ਜਗਰਾਤਾ ਵੀ ਹੋ ਹਟਿਆ। ਤੀਸਰੇ ਕੁ ਦਿਨ ਫਿਰ ਆਪਾਂ ਗਏ। ਫਿਰ ਮੈਂ ਹੁਣ ਇਕੱਲਾ ਹੀ ਗਿਆ ਬਾਬਾ ਜੀ ਦੇ, ਮੱਥਾ ਟੇਕਣ ਜਾਂਦੇ ਰਹਿਣਾ, ਘਰ ਦਿਲ ਨਾ ਲੱਗਣਾ, ਖਿੱਚ ਪੈ ਜਾਣੀ ਕਿ ਜਾਣਾ ਜਾਣਾ, ਦੂਏ ਤੀਏ ਤੁਰੇ ਰਹਿਣਾ। ਜਦੋਂ ਜਾ ਕੇ ਇੱਦਾਂ ਇੱਕ ਦਿਨ ਦੇਖਿਆ, ਗੇਟ ਖੋਲ੍ਹਿਆ ਤੇ ਬਾਬਾ ਜੀ ਦੀ ਜਿਹੜੀ ਹੁਣ ਅਸੀਂ ਮੂਰਤੀ ਰੱਖੀ ਸੀ ਉਹਦੇ ਉੱਤੇ ਨਾਗ ਸੀਗਾ। ਜਦੋਂ ਜਾ ਕੇ ਤਾਂ ਗੇਟ ਖੋਲ੍ਹ ਕੇ ਦੇਖਿਆ, ਨਾਗ ਹੈ ਹੀ ਨਾ। ਮੈਂ ਕਿਹਾ ਕਿੱਥੇ ਚਲਾ ਗਿਆ ਨਾਗ? ਟੈਨਸ਼ਨ ਪੈ ਗਈ। ਮੈਂ ਕਿਹਾ ਬਾਬਾ ਜੀ ਨਾਗ ਕਿੱਥੇ ਚਲਾ ਗਿਆ? ਨਾਗ ਕੋਈ ਤੋੜ ਕੇ ਲੈ ਗਿਆ, ਪਤਾ ਹੀ ਨਾ ਲੱਗੇ। ਮੈਂ ਇੱਦਾਂ ਦੇਖੀ ਜਾਂਦਾ ਬਾਬਾ ਜੀ ਮੂਰਤੀ ਨੂੰ, ਪਰ ਮੂਰਤੀ ਇਨਸਾਫ ਆ, ਨਾਗ ਕਿੱਥੇ ਚਲਾ ਗਿਆ? ਕੀ ਦੇਖਦਾ ਪਿਆ? ਧਿਆਨ ਨਾਲ ਦੇਖਦਾ ਪਿਆ ਤਾਂ ਬਾਬਾ ਜੀ ਨੇ ਅੱਖਾਂ ਝਮਕ ਦਿੱਤੀਆਂ। ਜਿੱਦਾਂ ਹੀ ਅੱਖਾਂ ਝਮਕੀਆਂ ਇੱਦਾਂ, ਤਾਂ ਨਾਲ ਹੀ ਉਹਨੇ ਦਾ ਸਿਰ ਹਿਲਾਤਾ ਜ਼ੋਰ ਨਾਲ, ਤਾਂ ਘੁੰਗਰਾਲੇ ਵਾਲ ਇਹਦਾ ਛਣ ਹੋਣ ਲੱਗ ਪਏ ਤੇ ਬਾਬਾ ਜੀ ਇੱਦਾਂ ਬਾਹਰ ਆ ਗਏ। ਜਿਹੜੇ 2 ਸਟੈਪ ਬਣੇ ਹੋਏ, ਜਿੱਥੇ ਵੱਡੀ ਘੰਟੀ ਲੱਗੀ, ਉੱਥੇ ਆ ਕੇ ਭਗਵਾਨ ਖੜੇ ਹੋ ਗਏ। ਸਵੈਮ ਪਰਮਾਤਮਾ ਬਾਬਾ ਬਾਲਕ ਨਾਥ ਜੀ, 3 ਲੋਕ ਦੇ ਮਾਲਕ, ਪੌਣਾ ਹਾਰੀ ਦੂਧਾ ਧਾਰੀ, ਆਪ ਜਦੋਂ ਬਾਹਰ ਖੜੇ ਹੋਏ, ਇੱਦਾਂ ਗੋਲ ਪੱਟ, ਸੁੰਦਰ ਰੂਪ, ਪਿੰਕ ਲਾਲ ਗੋਰਾ ਚਿੱਟਾ ਰੰਗ। ਅੱਜ ਤੱਕ ਇੱਦਾਂ ਦੀ ਨਾ ਹਜੇ ਤੱਕ ਕੁੜੀ ਦੇਖੀ, ਨਾ ਕੋਈ ਮੁੰਡਾ ਦੇਖਿਆ। ਸੋਨੇ ਰੰਗ ਦੇ ਵਾਲ ਤੇ ਜਿਹੜੀਆਂ ਗਲ ਵਿੱਚ ਮਾਲਾ ਪਈਆਂ ਆ, ਤੇ ਬਾਬਾ ਜੀ ਦਾ ਚਮਟਾ ਆ, ਉਹਦੇ ਵਿੱਚ ਹੀਰੇ ਡਾਇਮੰਡ ਇੱਦਾਂ ਲਸ਼ਕਾਰੇ ਪੈਣ ਲੱਗ ਪਏ। ਬਹੁਤ ਜ਼ਿਆਦਾ ਲਸ਼ਕਾਰੇ ਪੈਣ ਲੱਗ ਪਏ, ਜਿੱਦਾਂ ਮਣੀਆਂ ਚਮਕਦੀਆਂ ਹੁੰਦੀਆਂ। ਤੇ ਜਾਨੂੰ ਇੰਨੇ ਨੂੰ ਇੱਕ JCT ਮਿਲ ਦੇ ਵਿੱਚ ਕੋਈ ਅਫਸਰ ਸੀ, ਉਹਦੇ 3 ਸਟਾਰ ਲੱਗੇ ਸੀ, ਉਹਦੇ ਨਾਲ ਕੁਛ ਅਫਸਰ ਆ ਗਏ ਮੱਥਾ ਟੇਕਣ। ਤੇ ਇੰਨੇ ਨੂੰ ਫਟਾਫਟ ਬਾਬਾ ਜੀ ਛਣਾ 'ਚ ਫੇਰ ਚਲ ਗਿਆ ਅੰਦਰ। ਅੱਖ ਝਮਕਦਿਆਂ ਹੀ ਜਿਹੜੀ ਉਹ ਪੱਥਰ ਦੀ ਮੂਰਤੀ ਟੁੱਟੀ ਸੀ, ਖੰਡ ਹੋ ਗਏ ਨਾ ਉਸ ਵੇਲੇ। ਜਦੋਂ ਬਾਬਾ ਜੀ ਬਾਹਰ ਆਏ, ਬਾਬਾ ਜੀ ਫੇਰ ਜਾ ਕੇ ਵਿੱਚ ਬਹਿ ਗਏ, ਉਹ ਪੱਥਰ ਦੀ ਮੂਰਤੀ ਫੇਰ ਜੁੜ ਗਈ। ਤੇ ਜਦੋਂ ਬਾਬਾ ਜੀ ਵਿੱਚ ਚਲੇ ਗਏ, ਫਿਰ ਸਾਡੇ ਅੱਖਾਂ 'ਚ ਹੰਝੂ ਆਉਣ ਲੱਗ ਪਏ, ਉਦਾਸ ਹੋ ਗਿਆ ਮਨ, ਤੇ ਬਹੁਤ ਵੱਡਾ ਕੌਤਕ ਹੋਇਆ। ਜਾਨੂੰ ਉਹ ਮੱਥਾ ਟੇਕ ਕੇ ਚਲੇ ਗਏ, ਮੈਂ ਉੱਥੇ ਹੀ ਬੈਠਾ ਹਾਂ। ਫਿਰ ਦੁਬਾਰਾ ਬਾਬਾ ਜੀ ਵਿੱਚੋਂ ਆਏ ਬਾਹਰ। ਫਿਰ ਬਾਬਾ ਜੀ ਨੇ ਕਿਹਾ ਕਿ ਤੁਸੀਂ ਉਦਾਸ ਨਾ ਹੋਵੋ, ਕਿ ਤੁਸੀਂ ਬਿਲਕੁਲ ਉਦਾਸ ਨਹੀਂ ਹੋਣਾ, ਕਿ ਮੈਂ ਤੁਹਾਡੇ ਨਾਲ ਹੀ ਹਾਂ ਸਦਾ ਹੀ, ਕਿ ਜੇ ਤੁਸੀਂ ਨਿੱਕਰ ਵੀ ਪਾ ਕੇ ਢੇਰਾਂ ਤੇ ਬਹਿ ਜਾਓਗੇ, ਮੈਂ ਤਾਂ ਵੀ ਤੁਹਾਡਾ ਸਾਥ ਨਹੀਂ ਛੱਡੂਗਾ। ਫਿਰ ਬਾਬਾ ਜੀ ਸਾਨੂੰ ਇਹਦਾ ਵਚਨ ਦਿੱਤਾ, ਕਹਿੰਦੇ ਅਸੀਂ ਪੌਣਾ ਵਿੱਚ ਸਲੇਰਨਧਾਮ ਵਾਸ ਕਰਾਂਗੇ। 21 ਤਰੀਕ ਵਾਲੇ ਦਿਨ ਇੱਥੇ ਬੜਾ ਭਾਰੀ ਮੇਲਾ ਲੱਗਿਆ ਕਰੂਗਾ, ਕਿ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਆਉਣਗੇ, ਝੰਡੇ ਚੜ੍ਹਨਗੇ, ਬੱਕਰੇ ਚੜ੍ਹਨਗੇ, ਮੁੰਨਣ ਹੋਇਆ ਕਰਨਗੇ, ਜਿਹਨੂੰ ਭੱਦਣ ਕਹਿੰਦੇ ਆ ਅਸੀਂ, ਪਰ ਕੁੱਦ ਨੂੰ ਕਹਿੰਦੇ ਆ ਬੱਕਰੇ ਨੂੰ। ਫਿਰ ਬਾਬਾ ਜੀ ਨੇ ਤਾਂ ਵਰਦਾਨ ਦਿੱਤਾ ਕਿ ਮੈਂ ਪੌਣਾ ਵਿੱਚ ਵਾਸ ਕਰੂੰਗਾ ਸਲੇਰਨਧਾਮ। ਫਿਰ ਅਸੀਂ ਉਹਨਾਂ ਤੋਂ ਇੱਕ ਚੀਜ਼ ਮੰਗੀ। ਮੈਂ ਕਿਹਾ ਬਾਬਾ ਜੀ ਤੁਹਾਡੇ ਨਾਂ ਦਾ ਕਿਤੇ ਲੰਗਰ ਨਹੀਂ ਹੈਗਾ ਹੈ ਨਾ, 24 ਘੰਟੇ, ਨਾ ਚਾਹ ਦਾ ਨਾ ਰੋਟੀ ਦਾ ਹੈ ਨਾ, ਕਿ ਤੁਸੀਂ ਤਾਂ 3 ਲੋਕ ਦੇ ਮਾਲਕ ਆ, ਸ਼ਹਿਨਸ਼ਾਹ ਆ ਨਾ,
ਸਰਵ ਕਲਾ ਸੰਪੂਰਨ ਆ, ਕੁਛ ਵੀ ਕਰ ਸਕਦੇ ਹਾਂ। ਤੇ ਬਾਬਾ ਜੀ ਨੇ ਫਿਰ ਕਿਹਾ ਕਿ ਲੰਗਰ ਵੀ ਚੱਲਣਗੇ, ਸਭ ਕੁਝ ਤੁਹਾਨੂੰ ਮਿਲੂਗਾ। ਫਿਰ ਉਸ ਤੋਂ ਬਾਅਦ ਜਦੋਂ ਹੁਣ ਦੁੱਧ ਵਾ, ਸਾਡੇ ਕੋਲ ਨਾ ਕੋਈ ਮੱਝ ਨਾ ਗਾਂ, 16 ਸਾਲ ਬੀਤ ਗਏ, ਕੋਈ ਵੀ ਵਿਵਸਥਾ ਨਹੀਂ ਦੁੱਧ ਦੀ, ਨਾ ਕੋਈ ਖੇਤ ਵਾ ਸਾਡੇ ਕੋਲ, ਪਰ ਭਗਵਾਨ ਨੇ 16 ਸਾਲ ਲੰਗਰ ਚਲਾਈ ਰੱਖੇ ਆਪਣੀ ਸ਼ਕਤੀ ਦੇ ਨਾਲ। ਇਹਦਾ ਪਰਮਾਤਮਾ ਹੈਗੇ ਆ। ਪਰ ਹੁਣ ਤੁਸੀਂ ਸਵੈਂ ਵਿਚਾਰ ਕਰਨਾ, ਜੇ ਕਿਤੇ ਪੱਥਰ ਦੀ ਮੂਰਤੀ ਟੁੱਟ ਜਾਵੇ, ਤੁਸੀਂ ਦੰਗਾ ਫਸਾਦ ਨਹੀਂ ਕਰਨਾ, ਲੜਾਈ ਝਗੜਾ ਨਹੀਂ ਕਰਨਾ, ਕਿਸੇ ਨੂੰ ਕੁਝ ਕਹਿਣਾ ਨਹੀਂ, ਮੂਰਤੀ ਦੁਆਰਾ ਲਿਆ ਕੇ ਰੱਖ ਦੇਣੀ ਆ ਕਿ ਬਾਬਾ ਜੀ ਆਪਣੇ ਭਗਤਾਂ ਦੇ ਨਾਲ ਵਾ, ਅੰਗ ਸੰਗ ਸਰੀਰ ਸਮੇਤ ਵਾ, ਅਮਰ ਹੋ ਚੁੱਕੇ ਆ, ਉਹ ਮਰੇ ਨਹੀਂ ਹੈਗੇ, ਅਮਰ ਹੋ ਗਏ ਆ। ਉਹ ਇਦਾਂ ਹੀ ਭਗਤਾਂ ਦੇ ਨਾਲ ਰਹਿੰਦੇ ਸਰੀਰ ਸਮੇਤ। ਇਸ ਕਰਕੇ ਲੜਾਈ ਝਗੜਾ ਨਹੀਂ ਕਰਨਾ। ਤੇ ਬਾਬਾ ਜੀ ਕਹਿੰਦੇ ਜਿੱਦਾਂ ਹੁਣ ਸਾਨੂੰ ਸੁਪਨੇ ਵਿੱਚ ਦਰਸ਼ਨ ਹੋਏ ਨਾ ਭਗਵਾਨ ਦੇ, ਬਾਬਾ ਜੀ ਨੇ ਇੱਕ ਐਗਜ਼ਾਮਪਲ ਦੇਣ ਲੱਗੇ ਆ। ਕਿਸੇ ਨੂੰ ਰਾਤ ਨੂੰ ਕਿਸੇ ਦੇ ਕੀੜੇ ਪੈ ਜਾਂਦੇ ਸਰੀਰ 'ਚ, ਕਿਸੇ ਨੂੰ ਪਰਮਾਤਮਾ ਦੇ ਰੂਪ ਦੇ ਦਰਸ਼ਨ ਹੋਏ, ਕਈਆਂ ਨੂੰ ਆਪਣੇ ਮਾਤਾ ਪਿਤਾ ਦਿਸੀ ਜਾਂਦੇ ਆ, ਕਈਆਂ ਨੂੰ ਮਰੇ ਦਿਖਦੇ ਆ, ਕਈ ਸ਼ਮਸ਼ਾਨ ਘਾਟ 'ਚ ਬੈਠੇ ਆ। ਅਵਸਥਾ ਆ, ਕਿਸੇ ਦੀ ਕਿੱਦਾਂ ਦੀ ਅਵਸਥਾ, ਕਿਸੇ ਦੀ ਕਿੱਦਾਂ ਦੀ ਅਵਸਥਾ। ਜਦੋਂ ਤੁਹਾਡੀ ਬਹੁਤ ਭਗਤੀ ਹੋਣੀ ਜਨਮਾਂ ਜਨਮਾਂ ਦੀ, ਤੁਹਾਨੂੰ ਮੋਕਸ਼ ਮਿਲਣਾ। ਜਿਸ ਜਨਮ ਵਿੱਚ ਤੁਹਾਨੂੰ ਬਾਬਾ ਜੀ ਨੇ ਦਾ ਪਾਰ ਲੰਘਾਉਣਾ ਆ, ਮੋਕਸ਼ ਦੇਣਾ ਆ, ਉਸ ਜਨਮ ਵਿੱਚ ਆ ਕੇ ਉਹਨੇ ਤੁਹਾਡੇ ਤੋਂ ਚੰਗੇ ਕਰਮ ਕਰਾਉਣੇ ਆ, ਤੁਹਾਡੇ ਤੋਂ ਮੰਦਿਰ ਬਣਵਾ ਲੈਣੇ, ਆਪਣੇ ਆਪਣੇ ਧਾਰਮਿਕ ਸਥਾਨ ਬਣਾਉਣੇ। ਤੁਸੀਂ ਸਾਰਿਆਂ ਦਾ ਸਤਿਕਾਰ ਕਰਨਾ, ਪ੍ਰਭੂ ਭਗਤੀ 'ਚ ਲੀਨ ਹੋਣਾ। ਉਸ ਲਈ ਜਿਹੜੀ ਤੁਹਾਡੀ ਆਤਮਾ ਹੈ, ਆਤਮਾ 'ਤੇ ਕਿਸੇ ਦਾ ਜ਼ੋਰ ਨਹੀਂ ਹੈਗਾ ਨਾ। ਸਰੀਰ ਜਿਹੜਾ ਆ ਨਾਸ਼ਵਾਨ ਆ, ਸਰੀਰ ਤਾਂ ਸੌਂ ਗਿਆ। ਜਿੱਦਾਂ ਹੁਣ ਰਾਤ ਨੂੰ ਤੁਸੀਂ ਸੌਂ ਗਏ ਆ, ਸੁੱਤੇ ਪਏ ਦੇ ਬੰਦੇ ਦੇ ਭਾਵੇਂ ਕੋਲੋਂ ਤੁਸੀਂ ਸਮਾਨ ਚੁੱਕ ਕੇ ਲੈ ਜਾਓ, ਘਰ ਆਪਣੇ ਘਰ ਕਰਕੇ ਦੇਖਿਓ, ਆਪਣੇ ਘਰ 'ਚ ਹੀ ਪ੍ਰੈਕਟੀਕਲ ਕਰਕੇ ਦੇਖੋ। ਚਾਹੇ ਕਿਸੇ ਦੀ ਵਹੁਟੀ ਸੁੱਤੀ ਹੋ, ਚਾਹੇ ਕਿਸੇ ਦਾ ਪਤੀ ਸੁੱਤਾ ਹੈ, ਸੁੱਤੇ ਪਏ ਦੇ ਕੋਲੋਂ ਤੁਸੀਂ ਉਹਦਾ ਕੁਛ ਵੀ ਫੋਨ ਚੁੱਕ ਕੇ ਲੈ ਜਾਓ। ਚੋਰੀ ਨਹੀਂ ਮੈਂ ਕਹਿੰਦਾ, ਉਹਦਾ ਐਗਜ਼ਾਮਪਲ ਗਿਆਨ ਆ। ਪਰ ਉਹ ਮਰਿਆ ਪਿਆ, ਉਹਨੂੰ ਕੱਖ ਵੀ ਨਹੀਂ ਪਤਾ ਕੌਣ ਚੱਕ ਕੇ ਲੈ ਗਿਆ। ਪਰ ਜਿਹੜੀ ਆਤਮਾ ਆ ਉਹ ਅਮਰ ਵਾ। ਆਤਮਾ ਉਹ ਸੁੱਤਾ ਪਿਆ, ਆਤਮਾ ਕਿਤੇ ਤੁਰੀ ਫਿਰਦੀ ਆ। ਆਤਮਾ ਹੋ ਸਕਦਾ ਸਲੇਰਨ ਧਾਮ ਆਈ ਹੋਵੇ ਜੇ ਭਗਤ ਸੱਚਾ ਹੋਵੇ, ਪਰ ਜੇ ਬੇਈਮਾਨ ਵਾ ਜਾਂ ਰਾਖਸ਼ ਰੂਪ ਵਾ, ਸਲੇਰਨ ਧਾਮ ਆਉਂਦਾ ਵੀ ਆ। ਜੇ ਅੰਦਰੋਂ ਬੇਈਮਾਨ ਆ, ਦਿਲ ਦਾ ਕਾਲਾ ਆ, ਉਹ ਹੋ ਸਕਦਾ ਸ਼ਮਸ਼ਾਨ ਘਾਟ 'ਚ ਬਿਠਾ ਹੋਵੇ ਰਾਤ ਨੂੰ, ਭਾਵੇਂ ਪਤਨੀ ਦੇ ਨਾਲ ਸੁੱਤਾ ਪਿਆ, ਉਹਨੂੰ ਭੂਤ ਦੀ ਦੇ ਹੁਣ ਉਹਨੂੰ ਡਰ ਲੱਗਦਾ ਹੋਵੇ। ਪਤੀ ਪਤਨੀ ਇੱਕੋ ਹੀ ਬੈੱਡ 'ਤੇ ਸੁੱਤੇ ਆ। ਜੇ ਪਤੀ ਸੱਚਾ ਆ ਤਾਂ ਉਹਨੂੰ ਪਰਮਾਤਮਾ ਦੇ ਦਰਸ਼ਨ ਹੋ ਰਿਹਾ, ਤਾਂ ਪਤਨੀ ਭਟਕਣ ਡਈ ਆ। ਹੋ ਸਕਦਾ ਪਤਨੀ ਸੱਚੀ ਹੋਵੇ, ਉਹ ਸਵੈਂ ਵਿਸ਼ਨੂੰ ਭਗਵਾਨ ਦੇ ਨਾਲ ਬੈਠੀ ਹੋਈ ਹੋਵੇ, ਤਾਂ ਉਹ ਭਗਵਾਨ ਨੂੰ ਖਾਣਾ ਖਿਲਾ ਰਹੀ ਹੈ, ਸੰਤਾਂ ਨੂੰ ਭੋਜਨ ਛਕਾ ਰਹੀ ਹੈ, ਤਾਂ ਪਤੀ ਭੂਤਾਂ ਨਾਲ ਘਿਰਿਆ ਪਿਆ ਹੋਵੇ। ਇੱਦਾਂ ਕੁਦਰਤ ਵਾ। ਆਤਮਾ ਉੱਤੇ ਤੁਹਾਡਾ ਕਿਸੇ ਦਾ ਜ਼ੋਰ ਨਹੀਂ, ਸੁਪਨੇ ਉੱਤੇ ਤੁਹਾਡਾ ਕਿਸੇ ਦਾ ਜ਼ੋਰ ਨਹੀਂ। ਸੁਪਨਾ ਕਿਸੇ ਨੂੰ ਵੀ ਕਿਸੇ ਦਾ ਆ ਸਕਦਾ। ਜਿੱਦਾਂ ਹੁਣ ਆਪਾਂ ਬਾਬਾ ਜੀ ਦੀ ਗੁਫਾ ਕਰੋਨਾ ਟਾਈਮ 'ਤੇ ਬੰਦ ਵਾ, ਤੁਸੀਂ ਆਤਮਾ ਦੇ ਮਾਧਿਅਮ ਰਾਹੀਂ ਭਗਵਾਨ ਨੂੰ ਸੁਪਨੇ ਵਿੱਚ ਜਾ ਕੇ ਰੋਟਾਂ ਦਾ ਭੋਗ ਲਵਾ ਸਕਦੇ, ਭਾਵੇਂ ਇਹਦਾ ਬੁਰਕੀਆਂ ਤੋੜ ਤੋੜ ਮੂੰਹ 'ਚ ਪਾਓ। ਤੁਹਾਡੀ ਭਗਤੀ ਤਾਂ ਸੱਚੀ ਹੋਵੇ। ਜੇ ਮਨ ਵਿੱਚ ਮੈਲ ਵਾ, ਲੋਕ ਸਾਨੂੰ ਬਾਬਾ ਜੀ ਕਹਿਣ, ਸਾਨੂੰ ਲੋਕ ਮੱਥੇ ਟੇਕਣ, ਫਿਰ ਨਹੀਂ ਕੁਛ ਵੀ ਹੋਣਾ। ਚੀਜ਼ਾਂ ਨਾਲ ਪਿਆਰ ਨਾ ਕਰੋ, ਚੀਜ਼ਾਂ ਇੱਥੇ ਹੀ ਰਹਿ ਜਾਣੀਆਂ, ਕੁਛ ਵੀ ਨਾਲ ਨਹੀਂ ਜਾਣਾ। ਨਾਲ ਨਾਮ ਜਪਿਆ ਜਾਣਾ, ਸਭ ਕੁਛ ਇੱਥੇ ਰਹਿਣਾ। ਕੋਈ ਵੀ ਚੀਜ਼ ਤੁਸੀਂ ਨਾਲ ਨਹੀਂ ਲੈ ਕੇ ਜਾ ਸਕਦੇ। ਇਸ ਕਰਕੇ ਬਾਬਾ ਜੀ ਨਾਲ ਪਿਆਰ ਕਰੋ। 21 ਤਰੀਕ ਨੂੰ ਜਦੋਂ ਬਾਬਾ ਜੀ ਦਾ ਮੇਲਾ ਲੱਗਣਾ, ਉਸ ਵੇਲੇ ਸੇਵਾ ਕਰਨੀ ਆ, ਤਨ ਮਨ ਆਪਣਾ ਵਾਰ ਦੇਣਾ ਬਾਬਾ ਜੀ ਦੇ ਚਰਨਾਂ 'ਚ। ਭਗਵਾਨ ਤੁਹਾਡਾ ਹਿਰਦਾ ਦੇਖਦੇ ਅੰਦਰੋਂ ਸੱਚਾ। ਜਿੱਦਾਂ ਨਾ ਮੈਂ ਕੋਈ ਸੰਤ ਵਾਂ, ਨਾ ਕੋਈ ਸਾਧੂ ਹਾਂ, ਬਾਬਾ ਜੀ ਨੇ ਸਾਡਾ ਪ੍ਰੇਮ ਦੇਖਿਆ। ਭਗਤੀ ਸੱਚਾ ਪ੍ਰੇਮ ਮੰਗਦੀ ਆ, ਹੋਰ ਕੁਛ ਨਹੀਂ ਮੰਗਦੀ। ਬਾਬਾ ਜੀ ਸਰਵ ਕਲਾ ਸੰਪੂਰਨ, ਤਿੰਨ ਲੋਕ ਦੇ ਮਾਲਕ ਆ, ਸ਼ਹਿਨਸ਼ਾਹ, ਕੁਛ ਵੀ ਕਰ ਸਕਦੇ ਆ, ਕੁਛ ਵੀ ਕਰ ਸਕਦੇ। ਇਸ ਕਰਕੇ ਬਾਬਾ ਜੀ ਦੀ ਭਗਤੀ ਕਰਨੀ, ਕਦੀ ਕਿਸੇ ਨਾਲ ਝਗੜਾ ਨਹੀਂ ਕਰਨਾ। ਕਰਦੇ ਨੇ ਜੋ ਰੱਬ ਦੀ ਭਗਤੀ, ਰੱਖਦੇ ਨਾ ਵੈਰ ਕਦੇ। ਜਿੱਦਾਂ ਹੁਣ ਤੁਸੀਂ ਸਤਸੰਗ ਸੁਣਿਆ ਤੇ ਆਤਮਾ ਰਾਹੀਂ ਦੇਖਿਆ, ਪੱਥਰ ਦੀ ਮੂਰਤੀ ਟੁੱਟ ਜਾਂਦੀ ਆ ਤੇ ਪਰਮਾਤਮਾ ਵਿੱਚੋਂ ਬਾਹਰ ਆ ਜਾਂਦੇ ਆ, ਉਹ ਫਿਰ ਜੁੜ ਜਾਂਦੀ ਆ। ਪਰਮਾਤਮਾ ਆਪੇ ਹੀ ਤੋੜਨ ਵਾਲਾ, ਆਪੇ ਹੀ ਉਹ ਜੋੜਨ ਵਾਲਾ। ਬਾਬਾ ਜੀ ਸਰਵ ਕਲਾ ਸੰਪੂਰਨ ਆ। ਇਸ ਕਰਕੇ ਤੁਸੀਂ ਕਿਸੇ ਨੇ ਵੀ ਮੂਰਤੀ ਆਪ ਨਹੀਂ ਚੁੱਕਣੀ, ਕਿਉਂਕਿ ਅਸੀਂ ਕੋਈ ਸਾਧੂ ਸੰਤ ਨਹੀਂ ਹੈਗੇ। ਸਾਡਾ ਬਾਬਾ ਜੀ ਨਾਲ ਪ੍ਰੇਮ ਆ। ਸਾਨੂੰ ਬਾਬਾ ਜੀ ਨੇ ਕਿਹਾ ਤੇ ਅਸੀਂ ਮੂਰਤੀ ਚੁੱਕ ਦਿੱਤੀ।
ਜਿੱਦਾਂ ਤੁਹਾਨੂੰ ਸੰਸਾਰ ਦੇ ਸਾਧੂ ਸੰਤ ਕਹਿੰਦੇ ਆ ਤੁਸੀਂ ਉੱਦਾਂ ਕਰਨੀ ਆ। ਕਿਸੇ ਨੇ ਵੀ ਹੁਕਮ ਤੋਂ ਬਗੈਰ ਮੂਰਤੀ ਨਹੀਂ ਚੁੱਕਣੀ। ਇਹ ਨਾ ਹੋਵੇ ਤੁਸੀਂ ਮੂਰਤੀਆਂ ਉੱਦਾਂ ਹੀ ਚੁੱਕਣ ਲੱਗ ਪਾਓ ਤੇ ਆਪ ਹੀ ਧਰਤੀ ਉੱਤੋਂ ਚੁੱਕ ਹੋ ਜਾਵੋ। ਇਸ ਕਰਕੇ ਡਰ ਰੱਖਣਾ ਪਰਮਾਤਮਾ ਦਾ। ਕਿਸੇ ਨੇ ਵੀ ਆਪਣੀ ਮਰਜ਼ੀ ਨਹੀਂ ਕਰਨੀ। ਪ੍ਰੇਮ ਕਰਨਾ ਬਾਬਾ ਜੀ ਨਾਲ, ਜਿੱਦਾਂ ਜਿੱਦਾਂ ਕੋਈ ਭਗਤੀ ਦਾ ਉੱਦਾਂ ਉੱਦਾਂ ਕਰਦੇ ਜਾਓ। ਇੱਦਾਂ ਹੀ ਇੱਕ ਵਾਰੀ ਸੁੱਖੇ ਭਾਜੀ ਦੇ ਉੱਤੇ ਬੜੀ ਭੀੜ ਪੈ ਗਈ ਅਤੇ ਉਹਨਾਂ ਨੇ ਪੈਲਸ ਬਣਾਇਆ। ਪੈਲਸ ਦੇ ਵਿੱਚ ਮੰਦਿਰ ਬਣਾ ਦਿੱਤਾ ਬਾਬਾ ਜੀ ਦਾ। ਉਹਦੇ ਵਿੱਚ ਬਾਬਾ ਜੀ ਦੀ ਮੂਰਤੀ ਰੱਖੀ। ਪੈਲਸ ਵਿੱਚ ਹੁਣ ਲੋਕ ਕਈ ਕੁਛ ਖਾਂਦੇ ਪੀਂਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਉੱਥੇ ਸੁੱਖੇ ਭਾਜੀ ਦਾ ਕੋਈ ਕਸੂਰ ਨਹੀਂ ਸੀਗਾ। ਫਿਰ ਵੀ ਬਾਬਾ ਜੀ ਗੁੱਸੇ ਹੋ ਗਏ, ਉਹ ਮੰਦਿਰ ਹੀ ਫਟ ਗਿਆ। ਬੜੀ ਕਸ਼ਟ ਹੋ ਗਿਆ ਉਹਨਾਂ ਦੇ ਉੱਤੇ, ਦੁੱਖ ਆਉਣ ਲੱਗ ਪਏ। ਕਦੀ ਕਿਸੇ ਨੂੰ ਪੁੱਛਦੇ, ਕਦੀ ਕਿਸੇ ਨੂੰ ਪੁੱਛਦੇ, ਕੋਈ ਰਸਤਾ ਨਹੀਂ ਦੱਸਦਾ। ਫਿਰ ਉਹਨਾਂ ਨੇ ਸਲੇਰਨ ਧਾਮ ਸਾਡੇ ਕੋਲੋਂ ਪੁੱਛਿਆ ਆ ਕੇ, ਅਤੇ ਬਾਬਾ ਜੀ ਨੇ ਸਾਨੂੰ ਇੱਕ ਦਿਨ ਦਿਖਾਇਆ ਕਿ ਸੁੱਖਾ ਸਾਡੇ ਪਿਛਲੇ ਜਨਮਾਂ ਦਾ ਭਗਤ ਆ, ਸਾਡੇ ਨਾਮ ਦੀ ਮਹਿਮਾ ਕਰਦਾ। ਜੇ ਉਹ ਲਿਖਦਾ ਆ, ਗਾਉਂਦਾ ਆ ਅਤੇ ਉਹ ਆਪਣੀ ਮਰਜ਼ੀ ਨਾਲ ਨਹੀਂ ਕਰਦਾ। ਸਾਡਾ ਉਹਦੇ ਸਿਰ ਦੇ ਉੱਤੇ ਹੱਥ ਵਾ ਅਤੇ ਉਹਦਾ ਜੱਗ 'ਤੇ ਨਾਮ ਹੋਣਾ। ਬਾਬਾ ਜੀ ਨੇ ਕਿਹਾ ਕਿ ਉਹ ਵੀ ਮੂਰਤੀ ਇੱਦਾਂ ਚੱਕ ਸਕਦਾ ਆ। ਅਤੇ ਫਿਰ ਅਸੀਂ ਉਹਨੂੰ ਮੈਸੇਜ ਦਿੱਤਾ ਕਿ ਬਾਬਾ ਜੀ ਦਾ ਹੁਕਮ ਆ ਗਿਆ, ਤੁਸੀਂ ਮੂਰਤੀ ਨੂੰ ਜੱਫੀ ਪਾ ਕੇ, ਗਲ ਨਾਲ ਲਾ ਕੇ ਫੁੱਲ ਰੱਖੋ, ਆਪਣੀ ਛਾਤੀ ਨਾਲ ਲਾ ਕੇ ਆਪਣੇ ਘਰ ਲੈ ਜਾਓ ਅਤੇ ਪੂਜਾ ਕਰੋ। ਇੱਦਾਂ ਪਰਮਾਤਮਾ ਦੇ ਕੋਈ ਬਿਰਲੇ ਭਗਤ ਹੁੰਦੇ ਆ, ਉਹ ਆਪ ਹੀ ਹੁਕਮ ਕਰਦਾ। ਆਪਣੀ ਕਿਸੇ ਨੇ ਵੀ ਮਰਜ਼ੀ ਨਾਲ ਮੂਰਤੀ ਨਹੀਂ ਚੱਕਣੀ। ਫਿਰ ਨਾ ਕਿਹੋ ਜੇ ਤੁਸੀਂ ਆਪ ਹੀ ਚੁੱਕ ਹੋ ਗਏ, ਫਿਰ ਸਾਨੂੰ ਨਹੀਂ ਆ ਕੇ ਕਹਿਣਾ। ਜਿੱਦਾਂ ਹੁਣ ਸੁੱਖਾ ਭਾਜੀ ਤੋਂ ਸੁੱਖਾ ਰਾਮ ਸਰੋਆ, ਜਿਨ੍ਹਾਂ ਨੂੰ ਤੁਸੀਂ ਅਕਸਰ ਭੇਟਾਂ ਵਿੱਚ ਦੇਖਦੇ ਆ, ਆਪਾਂ ਉਹਨਾਂ ਦੀ ਗੱਲ ਕੀਤੀ ਆ। ਅਸੀਂ ਸੁੱਖਾ ਭਾਜੀ ਕਹਿੰਦੇ ਸਲੇਰਨ ਧਾਮ ਤੋਂ, ਪਰ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਪ੍ਰਸਿੱਧ ਹੋਇਆ ਸੁੱਖਾ ਰਾਮ ਸਰੋਆ ਜੀ ਦੇ ਨਾਲ। ਇਸ ਕਰਕੇ ਬਾਬਾ ਜੀ ਦੀ ਭਗਤੀ ਕਰਨੀ ਆ, ਕਿਸੇ ਨੇ ਵੀ ਕੋਈ ਚਤਰਾਈ ਨਹੀਂ ਕਰਨੀ। ਚਤਰਾਈ ਹੁਸ਼ਿਆਰੀ ਨਾਲ ਬੰਦਾ ਹਮੇਸ਼ਾ ਹੀ ਫਸ ਜਾਂਦਾ ਹੁੰਦਾ, ਨਿਕਲਦਾ ਨਹੀਂ। ਬੋਲ ਸੱਚੇ ਦਰਬਾਰ ਕੀ ਜੈ। ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ। ਜਕਾਰਾ ਦੂਦਾਧਾਰੀ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ।